ਹੈਲੋ ਐਂਡ ਵੈਲਕਮ। ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਅੱਜ ਆਪਾਂ ਗੱਲ ਆਸਟ੍ਰੇਲੀਆ ਬਾਰੇ ਕਰਨ ਜਾ ਰਹੇ ਹਾਂ। ਕੁਝ ਖਾਸ ਅਪਡੇਟਸ ਆਏ ਨੇ ਜੋ ਸਟੂਡੈਂਟਸ ਨੂੰ ਪਤਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਤੇ ਰਾਈਟ ਟਾਈਮ ਤੇ ਅਸੀਂ ਰਾਈਟ ਇਨਫੋਰਮੇਸ਼ਨ ਲੈ ਕੇ ਹਾਜ਼ਰ ਹੋ ਗਏ ਹਾਂ ਤੇ ਸਾਰੀ ਹੀ ਅਪਡੇਟਸ ਆਸਟ੍ਰੇਲੀਆ ਨੂੰ ਲੈ ਕੇ ਤੁਹਾਡੇ ਨਾਲ ਸਾਂਝੇ ਕਰਨਗੇ ESS ਗਲੋਬਲ ਇਮੀਗ੍ਰੇਸ਼ਨਸ ਤੋਂ ਵੀਜ਼ਾ ਐਕਸਪਰਟ ਮਿਸਟਰ ਰੋਹਿਤ ਸੇਠੀ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ। ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਹਾਂਜੀ ਸਰ, ਸੋ ਬਿਨਾਂ ਦੇਰ ਕੀਤਿਆਂ ਪਹਿਲਾਂ ਮੈਂ ਸ਼ੁਰੂਆਤ ਵਿੱਚ ਹੀ ਚਾਹਾਂਗੀ ਕਿ ਆਸਟ੍ਰੇਲੀਆ ਦੇ ਜੋ ਹੁਣ ਨਵੇਂ ਅਪਡੇਟਸ ਆਏ ਨੇ ਮਾਸਟਰ ਡਿਗਰੀ ਵਾਲਿਆਂ ਲਈ ਜਾਂ ਹੋਰ ਵੀ ਕੁਝ ਨਵਾਂ ਜੋ ਵੀ ਅਪਡੇਟ ਹੈ ਮੈਂ ਜ਼ਰੂਰ ਚਾਹੂੰਗੀ ਪਹਿਲਾਂ ਤੁਸੀਂ ਉਹੀ ਅਪਡੇਟ ਜੋ ਹੈ ਸਟੂਡੈਂਟਸ ਨਾਲ ਸ਼ੇਅਰ ਕਰੋ। ਦੇਖੋ ਬਹੁਤ ਛੋਟੇ ਹੁੰਦੇ ਸੀ ਨਾ ਅਸੀਂ, ਇੱਕ ਬ੍ਰਾਂਡ ਆਇਆ ਸੀ ਬੜਾ ਪਪੂਲਰ ਜਿਹੜਾ ਕਿ ਆਪਣੀ ਮਾਰਕੀਟਿੰਗ ਕਰਦਾ ਸੀਗਾ 1+1 ਜਾਂ 50% + 50% ਆਫ। ਆਈ ਥਿੰਕ ਆਸਟ੍ਰੇਲੀਆ ਦਾ ਅੱਜ ਉਹ ਹਾਲ ਹੈਗਾ ਜਿੱਥੇ ਆਸਟ੍ਰੇਲੀਆ ਸਟੂਡੈਂਟਸ ਦੇ ਵਾਸਤੇ ਐਡਵਾਂਟੇਜਸ ਦੇਣੀ ਬੰਦ ਹੀ ਨਹੀਂ ਕਰ ਰਿਹਾ। ਇੱਕ ਤੋਂ ਲੈ ਕੇ ਇੱਕ ਆਫਰ ਡਿਸਕਾਊਂਟ, ਉਹ ਚਾਹੇ ਉਹਨਾਂ ਦੀ ਲੋੜ ਹੈ ਜਾਂ ਮਾਰਕੀਟ ਦੇ ਵਿੱਚ ਅੱਗੇ ਰਹਿਣ ਦਾ ਸ਼ਦਾਬਪਨ ਹੈ, ਕੁਛ ਵੀ ਲਾ ਲਓ, ਪਰ ਇਹ ਸਾਰੇ ਰੈਗੂਲੇਸ਼ਨ ਸਟੂਡੈਂਟ ਦੇ ਫੇਵਰ ਦੇ ਵਿੱਚ ਜਾਂਦੇ ਆ। ਜਿਹੜੇ ਦੋ ਮੇਜਰ ਚੇਂਜ ਆਏ ਨੇ ਆਸਟ੍ਰੇਲੀਅਨ ਐਜੂਕੇਸ਼ਨ ਸਿਸਟਮ ਦੇ ਵਿੱਚ ਜੋ ਕਲੀਅਰ ਕੱਟ ਸਟੂਡੈਂਟ ਨੂੰ ਇੱਕ ਇੰਡੀਕੇਸ਼ਨ ਦਿੰਦੇ ਪਏ ਹੈ ਜੇ ਤੁਸੀਂ ਪ੍ਰੋਪਰਲੀ ਰੂਲਸ ਫੋਲੋ ਕਰੋਗੇ ਤੁਸੀਂ ਚੰਗੇ ਤਰੀਕੇ ਨਾਲ ਵੀ ਸਾਡੇ ਦੇਸ਼ 'ਚ PR ਹੋ ਸਕਦੇ ਹੋ। ਨਾਲ ਇੱਕ ਬਹੁਤ ਵੱਡਾ ਮੁੱਦਾ ਹੁੰਦਾ ਬੱਚਿਆਂ ਨੇ ਪੈਸੇ ਕਮਾਉਣ ਦਾ, ਉਹਨੂੰ ਵੀ ਇੱਕ ਐਡਵਾਂਟੇਜ ਦੇ ਦਿੱਤਾ ਗਿਆ ਹੈਗਾ। ਪਹਿਲਾ ਐਡਵਾਂਟੇਜ ਜਿਹੜਾ ਆਸਟ੍ਰੇਲੀਆ ਨੇ ਦਿੱਤਾ, ਆਸਟ੍ਰੇਲੀਆ ਦੇ ਵਿੱਚ ਜਦ ਇੱਕ ਪਾਰਟ ਟਾਈਮ ਜੌਬ ਦੀ ਗੱਲ ਹੁੰਦੀ ਸੀਗੀ ਐਜ਼ ਪਰ ਦਾ ਵੀਜ਼ਾ ਕੰਡੀਸ਼ਨ ਤੁਸੀਂ 40 ਘੰਟੇ ਇਨ ਫੋਰਟਨਾਈਟ ਦੈਟ ਮੀਨ 14 ਰਾਤਾਂ ਦੇ ਵਿੱਚ 40 ਘੰਟੇ ਕੰਮ ਕਰਨ ਦੀ ਤੁਹਾਨੂੰ ਪਰਮਿਸ਼ਨ ਹੁੰਦੀ ਸੀ। ਉਹ ਪਰਮਿਸ਼ਨ 40 ਘੰਟੇ ਤੋਂ ਵਧਾ ਕੇ 48 ਘੰਟੇ ਕਰ ਦਿੱਤੀ ਗਈ ਹੈ 1 ਜੁਲਾਈ 2023 ਤੋਂ। ਇਹ ਨੋਟ ਕਰਨ ਦੀ ਗੱਲ ਹੈ ਅੱਜ ਉੱਥੇ ਫੁੱਲ ਟਾਈਮ ਵਰਕ ਅਲਾਉਡ ਹੈ ਜਿਹੜਾ ਇਹਨਾਂ ਨੇ ਲਾਸਟ ਈਅਰ ਸ਼ੁਰੂ ਕੀਤਾ ਸੀਗਾ। 30 ਜੂਨ ਤੱਕ ਉਹ ਖਤਮ ਹੋ ਜਾਏਗਾ ਤੇ 1 ਜੁਲਾਈ ਨੂੰ ਤੁਸੀਂ ਵਾਪਸ ਪਾਰਟ ਟਾਈਮ ਜੌਬ ਦੀ ਡੈਫੀਨੇਸ਼ਨ ਦੇ ਵਿੱਚ ਆਉਣਾ ਸ਼ੁਰੂ ਹੋ ਜਾਓਗੇ, ਬਟ ਵਿਦ ਐਨ ਐਕਸਟਰਾ ਐਡਵਾਂਟੇਜ। 4 ਘੰਟੇ ਹਫਤੇ ਦੇ ਜਾਂ 8 ਘੰਟੇ 2 ਹਫਤਿਆਂ ਦੇ ਤੁਹਾਨੂੰ ਐਡਵਾਂਟੇਜ ਮਿਲੇਗੀ ਐਡੀਸ਼ਨਲ ਬੈਨੀਫਿਟ ਦੀ। ਅਗੇਨ ਇਹ ਪਾਰਟ ਟਾਈਮ ਵਰਕ ਦੀ ਡੈਫੀਨੇਸ਼ਨ ਪਹਿਲੀ ਵਾਰ ਕਿਸੇ ਕੰਟਰੀ ਨੇ 48 ਘੰਟੇ ਤੱਕ ਲੈ ਕੇ ਗਏ ਨੇ। ਅਦਰਵਾਈਜ਼ 20 ਆਵਰਸ ਪਰ ਵੀਕ ਦੈਟਸ ਇਟ, ਸਟੋਰੀ ਐਂਡਸ ਦੇਅਰ ਐਂਡ ਦੈਨ ਓਨਲੀ। ਬੱਚਾ ਓਵਰ ਟਾਈਮ ਕੰਮ ਕਰਦਾ ਸੀ, ਇਲੀਗਲ ਕੰਮ ਕਰਦਾ ਸੀਗਾ, ਤਾਂ ਆਸਟ੍ਰੇਲੀਆ ਨੇ ਬੜੀ ਬਰੀਕ ਜੀ ਲਾਈਨ ਦੇਤੀ ਹੈ ਇਲੀਗਲ ਤੇ ਲੀਗਲ ਵਰਕ ਪਰਮਿਟ ਨੂੰ ਕਿਵੇਂ ਰਿਟੇਨ ਕਰਨਾ ਹੈਗਾ ਤਾਂ ਕਿ ਤੁਸੀਂ ਆਪਣੀ ਵੀਜ਼ਾ ਦੀ ਸ਼ਰਤਾਂ ਨਾ ਤੋੜੋ। ਸੈਕੰਡ ਬਿਗੇਸਟ ਐਡਵਾਂਟੇਜ ਜਿਹੜਾ ਆਸਟ੍ਰੇਲੀਆ ਲੈ ਕੇ ਆਇਆ ਹੈ ਉਹ 9 ਫੈਕਲਟੀਜ਼ ਵਾਸਤੇ ਜਿਹਦੇ ਅੰਡਰ 350 ਤੋਂ ਜ਼ਿਆਦਾ ਕੋਰਸ ਦੀ ਲਿਸਟ ਰਿਲੀਜ਼ ਹੋਈ ਹੈ ਜਿਹਨੂੰ ਕਿ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਜੌਬ ਮਾਰਕੀਟ ਉੱਥੇ ਸਟਰਗਲ ਕਰਦੀ ਪਈ ਹੈ। ਇਹਦੇ ਵਿੱਚ ਬੜੇ ਪਪੂਲਰ ਐਜੂਕੇਸ਼ਨ ਡਿਪਾਰਟਮੈਂਟ ਦੇ ਕੋਰਸਿਸ ਨੇ, IT ਦੇ ਕੋਰਸਿਸ ਨੇ, ICT ਇੰਜੀਨੀਅਰਿੰਗ ਦੇ ਪ੍ਰੋਗਰਾਮ ਨੇ। ਹੁਣ ਜੇ ਬੱਚਾ ਇਹਨਾਂ ਡਿਗਰੀਆਂ 'ਚੋਂ ਇੱਕ ਡਿਗਰੀ ਜੋ ਬੈਚਲਰ ਔਰ ਮਾਸਟਰਸ ਲੈਵਲ ਦੇ ਉੱਤੇ ਵੀ ਹੈਗੀ ਹੈ ਨੂੰ ਕੰਪਲੀਟ ਕਰਦਾ ਆਸਟ੍ਰੇਲੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ, ਚਾਹੇ ਉਹ ਮੈਟਰੋਪੋਲੀਟਨ ਸਿਟੀ ਹੈ, ਚਾਹੇ ਉਹ ਰੀਜਨਲ ਸੈਂਟਰ ਹੈ, ਚਾਹੇ ਉਹ ਰੀਜਨਲ ਏਰੀਆ ਹੈਗਾ, ਉਹਨੂੰ 2 ਸਾਲ ਦਾ ਐਡੀਸ਼ਨਲ ਵਰਕ ਪਰਮਿਟ ਮਿਲੇਗਾ। ਹੁਣ ਜੇ ਤੁਸੀਂ ਇਹਦੀ ਕੈਲਕੂਲੇਸ਼ਨ ਲਾਓ, ਜੇ ਤੁਸੀਂ ਆਪਣਾ ਇੱਕ ਰੀਜਨਲ ਏਰੀਆ ਦੇ ਵਿੱਚ ਡਿਗਰੀ ਪੂਰੀ ਕਰਦੇ ਹੋ ਮਾਸਟਰਸ ਦੀ ਤਾਂ ਤੁਹਾਨੂੰ ਆਲਮੋਸਟ 5 + 7 ਸਾਲ ਦਾ ਵਰਕ ਪਰਮਿਟ ਮਿਲਦਾ ਪੜ੍ਹਾਈ ਕਰਨ ਤੋਂ ਬਾਅਦ। 7 ਸਾਲ ਲੀਗਲ ਪਰਮਿਸ਼ਨ ਜਿੱਥੇ ਤੁਸੀਂ ਆਪਣਾ ਰੱਜ ਕੇ ਕੰਮ ਕਰ ਸਕਦੇ ਹੋ, ਰੱਜ ਕੇ ਪੈਸੇ ਕਮਾ ਸਕਦੇ ਹੋ, ਬਟ ਇੱਕ ਰਿਸਪੌਂਸਿਬਿਲਿਟੀ ਜਿਹੜੀ ਤੁਸੀਂ ਲੈਣੀ ਹੈ ਪਹਿਲੇ 2 ਸਾਲ ਦੀ ਜਿਹੜੀ ਮਾਸਟਰਸ ਕਰਦੇ ਪਏ ਹੋ ਉਹਨੂੰ ਜ਼ਿੰਮੇਵਾਰੀ ਦੇ ਨਾਲ ਪੂਰਾ ਕਰਨਾ ਹੈ। ਉਸ ਮਾਸਟਰ ਡਿਗਰੀ ਨੂੰ ਜੋ ਅੱਜ ਉਸ ਡਿਮਾਂਡ ਲਿਸਟ ਦੇ ਵਿੱਚ ਪਾਈ ਗਈ ਹੈ ਜਿੱਥੇ ਕਿ ਲੋਕਾਂ ਦੀ ਘਾਟ ਹੈਗੀ ਹੈ ਤੇ ਉਹਨਾਂ ਨੂੰ ਉਹ ਪ੍ਰੋਫੈਸ਼ਨ ਦੇ ਲੋਕੀ ਚਾਹੀਦੇ ਨੇ ਟੂ ਐਡਰੈਸ ਦਾ ਜੌਬ ਮਾਰਕੀਟ ਨੀਡਸ। ਹੁਣ 2 ਸਾਲ ਦੀ ਤਪੱਸਿਆ, 7 ਸਾਲ ਦਾ ਲੀਗਲ ਵੀਜ਼ਾ ਟੂ ਵਰਕ, ਹੋਰ ਇਸ ਤੋਂ ਉੱਪਰ ਸਟੂਡੈਂਟ ਕੀ ਭਾਲਦਾ ਹੈਗਾ। ਬਟ ਜ਼ਿੰਮੇਵਾਰੀ ਨਾਲ ਕੋਰਸ ਪੂਰਾ ਕਰਨਾ ਦੈਟ ਇਜ਼ ਦਾ ਓਨਲੀ ਰਿਸਪੌਂਸਿਬਿਲਿਟੀ ਆਫ ਅ ਸਟੂਡੈਂਟ ਅੱਜ ਦੀ ਡੇਟ ਦੇ ਵਿੱਚ। ਜੀ ਬਿਲਕੁਲ। ਸੋ ਲੇਟੈਸਟ ਅਪਡੇਟਸ ਨੇ ਜੋ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ। ਫਿਰ ਵੀ ਤੁਹਾਡਾ ਆਪਣਾ ਵੀ ਕੋਈ ਸਵਾਲ ਹੈ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੇ। ਲਗਾਤਾਰ ਨੰਬਰ ਡਿਸਪਲੇ ਕੀਤਾ ਹੋਇਆ, ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ, ESS ਗਲੋਬਲ ਇਮੀਗ੍ਰੇਸ਼ਨਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਸਰ ਇੱਥੇ ਆਪਾਂ ਗੱਲ ਕਰੀਏ ਤਾਂ ਜਦੋਂ ਤੋਂ GT ਦਾ ਅਪਡੇਟ ਆਇਆ ਹੈ ਤਾਂ ਅਸੀਂ ਸਾਰੇ ਹੁਣ ਜਾਣਦੇ ਹਾਂ ਰੀਸੈਂਟ ਪਾਸ ਆਊਟ ਸਟੂਡੈਂਟ ਹੀ ਅਪਲਾਈ ਕਰ ਸਕਦੇ ਨੇ, ਪਰ ਫਿਰ ਵੀ ਇਸ ਦੇ ਬਾਵਜੂਦ ਕੁਝ ਸਟੂਡੈਂਟ ਅਪਲਾਈ ਕਰਦੇ ਰਹਿੰਦੇ ਨੇ ਕਿ ਨਹੀਂ ਜੀ ਸਾਡਾ ਇੱਕ ਵਾਰੀ ਅਪਲਾਈ ਕਰਕੇ ਦੇਖੋ ਸ਼ਾਇਦ ਹੋ ਜਾਏ। ਸੋ ਇਹ ਦਾਇਰਾ ਲਿਮਿਟਿਡ ਕਰ ਦਿੱਤਾ ਆਸਟ੍ਰੇਲੀਆ ਨੇ। ਪਹਿਲਾਂ ਤਾਂ ਇਹਨਾਂ ਰੀਜ਼ਨਸ ਨੂੰ ਹੀ ਸਮਝਣਾ ਚਾਹਾਂਗੇ ਜਿੱਥੇ ਬਾਕੀ ਕੰਟਰੀਜ਼ ਨੇ ਪੂਰਾ ਬਹੁਤ ਟਾਈਮ ਦਿੰਦੇ ਨੇ ਕਿ 4 ਸਾਲ 5 ਸਾਲ ਦਾ ਵੀ ਅਗਰ ਸਟੱਡੀ ਦਾ ਗੈਪ ਹੈ ਉਹ ਅਪਲਾਈ ਕਰ ਸਕਦੇ ਨੇ, ਪਰ ਇੱਥੇ ਆਸਟ੍ਰੇਲੀਆ ਵੱਲੋਂ ਦਾਇਰਾ ਲਿਮਿਟਿਡ ਕਰਨਾ ਕਿਵੇਂ ਦੇਖਦੇ ਹੋ?
ਦੇਖੋ ਇਹ ਇੱਕ ਇੰਡੀਕੇਸ਼ਨ ਨੇ ਵਟ ਆਈ ਕੈਨ ਸੀ। ਇਹ ਰੈਗੂਲੇਸ਼ਨ ਜਿਹਨੂੰ ਮੈਂ ਹੁਣ 2 ਮਿੰਟ ਪਹਿਲਾਂ ਇੱਕ ਐਡਰੈਸ ਕੀਤਾ, ਹੁਣ ਉਹ ਲਿਸਟ ਦੇ ਵਿੱਚ ਕੋਈ ਵੀ ਡਿਪਲੋਮਾ ਹੋਲਡਰ ਨਹੀਂ ਹੈਗਾ। ਸਾਰੀ ਬੈਚਲਰ ਡਿਗਰੀਆਂ ਨੇ ਤੇ ਮਾਸਟਰ ਡਿਗਰੀਆਂ ਨੇ। 350 ਤੋਂ ਜ਼ਿਆਦਾ ਡਿਗਰੀਆਂ ਜੋ ਬੈਚਲਰ ਲੈਵਲ ਦੀਆਂ ਨੇ ਐਂਡ ਮਾਸਟਰਸ ਲੈਵਲ ਦੀਆਂ ਨੇ। ਡਿਪਲੋਮੇ ਦਾ ਕੋਈ ਰੂਮ ਨਹੀਂ, ਕੋਈ ਸਕੋਪ ਨਹੀਂ। ਹੁਣ ਆਸਟ੍ਰੇਲੀਆ ਦਾ ਇਹ ਜਿਹੜਾ ਤੁਸੀਂ ਸਵਾਲ ਪੁੱਛਿਆ ਇਹਦਾ ਜਵਾਬ ਬੜਾ ਸਿੰਪਲ ਹੈ। ਆਸਟ੍ਰੇਲੀਆ ਇੱਕ ਮਾਨਤਾ ਲੈ ਕੇ ਚੱਲਦਾ ਹੈ ਵੀ ਤੁਸੀਂ ਆਪਣੀ ਪੜ੍ਹਾਈ ਤੋਂ ਬਾਅਦ ਜੇ 1 ਸਾਲ ਦਾ ਗੈਪ ਆਪਣੀ ਪੜ੍ਹਾਈ 'ਚ ਲੈ ਲਿਆ, ਦੈਟ ਮੀਨ ਤੁਸੀਂ ਆਪਣੇ ਪੜ੍ਹਾਈ ਲਈ ਸੀਰੀਅਸ ਹੀ ਨਹੀਂ ਸੀਗੇ। ਹੁਣ ਆਸਟ੍ਰੇਲੀਆ ਦੇ ਵਿੱਚ ਵੋਕੇਸ਼ਨਲ ਕੁਆਲੀਫਿਕੇਸ਼ਨ ਦੀ ਕੋਈ ਲੋੜ ਨਹੀਂ, ਕੋਈ ਆਧਾਰ ਨਹੀਂ ਜਿੱਥੇ ਬੱਚਾ ਮੈਂ ਪੜ੍ਹਨ ਜਾਵੇ ਜਿਵੇਂ ਡਿਪਲੋਮਾ ਕਰਨਾ ਹੈ ਜਿਵੇਂ ਬਾਕੀ ਕੰਟਰੀਜ਼ 'ਚ ਹੁੰਦਾ ਹੈ। ਬਾਕੀ ਕੰਟਰੀਜ਼ ਦੇ ਵਿੱਚ ਵੋਕੇਸ਼ਨਲ ਕੁਆਲੀਫਿਕੇਸ਼ਨ ਤੁਸੀਂ ਉਮਰ ਦੇ ਕਿਸੇ ਵੀ ਪੜਾਅ 'ਤੇ ਸ਼ੁਰੂ ਕਰ ਸਕਦੇ ਹੋ। ਈਵਨ ਇੰਡੀਆ ਵਿੱਚ ਵੀ ਤੁਸੀਂ ਅੱਜ ITI ਦਾ ਡਿਪਲੋਮਾ ਜਦ ਮਰਜ਼ੀ ਉੱਠ ਕੇ ਕਰ ਸਕਦੇ ਹੋ। ਪੋਲੀਟੈਕਨਿਕ ਦਾ ਡਿਪਲੋਮਾ ਕੁਝ ਏਜ ਬੈਰੀਅਰ ਹੋਣ ਦੇ ਬਾਵਜੂਦ ਉਸ ਏਜ ਤੱਕ ਕਰ ਸਕਦੇ ਹੈਗੇ ਹੋ। ਉਸੇ ਤਰੀਕੇ ਨਾਲ ਜਿਹੜੇ ਡਿਪਲੋਮਾ ਕੁਆਲੀਫਿਕੇਸ਼ਨ ਨੇ ਆਸਟ੍ਰੇਲੀਆ ਦੇ ਵਿੱਚ ਉਹ ਇੱਕ ਲਿਮਿਟਿਡ ਨੈਸ਼ਨੈਲਿਟੀਜ਼ ਨੂੰ ਦਿੱਤੇ ਗਏ ਨੇ ਜੋ ਟੈਕਨੀਕਲੀ ਉਹਦੇ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਨੇ। ਆਪਾਂ 2008 ਦੇ ਵਿੱਚ, ਮੈਂ ਬਾਰ-ਬਾਰ ਇਸੇ ਸਾਲ ਦਾ ਹਵਾਲਾ ਦਿੰਦਾ ਆਪਣੇ ਇੰਟਰਵਿਊਜ਼ ਦੇ ਵਿੱਚ, 2008 ਦੇ ਵਿੱਚ ਬਹੁਤ ਸਾਰਾ ਬੱਚਾ ਇੰਡੀਆ ਤੋਂ ਕੁੱਕਰੀ, ਪੈਟਿਸਰੀ, ਹੇਅਰ ਡਰੈਸਿੰਗ ਇਹੋ ਜਿਹੇ ਕਈ ਕੋਰਸਿਸ ਦੇ ਵਿੱਚ ਗਿਆ, ਪਰ ਹਾਰਡਲੀ 20% ਬੱਚਾ ਉਸ ਪ੍ਰੋਫੈਸ਼ਨ, ਉਸ ਆਕੂਪੇਸ਼ਨ ਨੂੰ ਆਪਣਾ ਪ੍ਰੋਫੈਸ਼ਨ ਬਣਾਇਆ। PR ਹੋਏ ਉਸ ਬੇਸ ਦੇ ਉੱਤੇ, ਉਸ ਤੋਂ ਬਾਅਦ ਟੈਕਸੀਆਂ ਚਲਾਈਆਂ, ਸਿਕਿਉਰਿਟੀ ਕੀਤੀਆਂ, ਔਡ ਜੌਬਸ ਕੀਤੇ, ਪਰ ਉਸ ਫੀਲਡ ਦੇ ਵਿੱਚ ਕੰਮ ਨਹੀਂ ਕੀਤਾ। ਉਹ ਇੱਕ ਰੇਸ ਨੂੰ ਲੈ ਕੇ, ਇੱਕ ਨੈਸ਼ਨੈਲਿਟੀ ਨੂੰ ਲੈ ਕੇ ਜਿਹੜਾ ਵੀ ਉਹਨਾਂ ਦੀ ਧਾਰਨਾ ਬਣੀ ਹੈ ਵੀ ਇਹ ਬੰਦਾ ਆਂਦਾ ਹੈ, ਇਹ ਪਰਟੀਕੂਲਰ ਕੋਰਸ ਕਰਦਾ ਹੈ, ਬਟ ਉਹਦੇ ਵਿੱਚ ਕੰਮ ਨਹੀਂ ਕਰਦਾ ਤਾਂ ਇੱਕ ਲੇਬਲ ਲੱਗ ਜਾਂਦਾ। ਸਿੰਪਲ ਚੀਜ਼ ਹੈ। ਇਹਨੇ ਇੱਕ ਸਿਸਟਮ ਦਾ ਫਾਇਦਾ ਚੱਕਣਾ, ਫਾਇਦਾ ਚੱਕਣ ਤੋਂ ਬਾਅਦ ਸਾਡਾ ਇੱਕ ਬੁੱਧੂ ਬਣਾਉਣਾ, ਇਹਨੇ ਉਸ ਫੀਲਡ 'ਚ ਕੰਮ ਨਹੀਂ ਕਰਨਾ, ਸਾਡੀ ਵੈਕੈਂਸੀਆਂ ਉਵੇਂ ਖੜੀ ਰਹਿਣੀ ਹੈ। ਤੇ ਉਹਨਾਂ ਨੇ ਉਸੇ ਕਰਕੇ 2 ਸਾਲ ਇੰਡੀਆ ਨੂੰ ਰਿਕਰੂਟਮੈਂਟ ਵਾਲੇ ਪਾਸਿਓਂ ਬਿਲਕੁਲ ਬੰਦ ਰੱਖਿਆ ਹੋਇਆ ਸੀਗਾ ਟਿਲ 2012। 2012 ਤੋਂ ਲੈ ਕੇ ਅੱਜ ਆਪਾਂ 2023 'ਚ ਖੜੇ ਹਾਂ। ਇਹ 11 ਸਾਲਾਂ ਦੇ ਵਿੱਚ ਉਹਨਾਂ ਨੇ ਡਿਪਲੋਮੇ ਦਾ ਸਕਸੈਸ ਰੇਟ 5 ਤੋਂ 7% ਤੋਂ ਜ਼ਿਆਦਾ ਵਧਾਇਆ ਹੀ ਨਹੀਂ। ਵੀਜ਼ੇ ਆਉਂਦੇ ਨੇ 100 ਚੋਂ 5%, 100 ਚੋਂ 7%। ਹੁਣ ਤੁਸੀਂ ਬਾਕੀ 95-93% ਅਰਦਾਸ ਦੀ ਪਾਵਰ ਦੇ ਨਾਲ ਚੱਲਣਾ ਚਾਹੁੰਦੇ ਹੋ, ਜ਼ਰੂਰ ਕਰੋ ਅਪਲਾਈ। ਅਦਰਵਾਈਜ਼ ਲੌਜੀਕਲੀ ਤੁਸੀਂ ਆਪਣੀ ਪ੍ਰੋਫਾਈਲ ਖਰਾਬ ਕਰਦੇ ਹੋ ਇੱਕ ਵੀਜ਼ਾ ਦਾ ਚਾਂਸ ਲੈਣ ਵਾਸਤੇ, ਕਿਉਂਕਿ ਇੱਕ ਵਾਰ ਜੇ ਰਿਜੈਕਸ਼ਨ ਹੋ ਗਿਆ, ਤੁਸੀਂ ਦੂਜੀ ਵਾਰ ਅੱਜ ਤੋਂ 3 ਸਾਲ ਬਾਅਦ ਅਪਲਾਈ ਕਰੋਗੇ, ਉਹ ਪਹਿਲੀ ਫਾਈਲ ਤੇ ਜ਼ਰੂਰ ਜਾਣਗੇ ਤੁਸੀਂ ਉਸ ਟਾਈਮ ਤੇ ਕਿਸ ਬੇਸ ਦੇ ਉੱਤੇ ਫਾਈਲ ਅਪਲਾਈ ਕੀਤੀ ਸੀ। ਡਿਪਲੋਮਾ ਸੀਗਾ, ਅੱਜ ਤੁਸੀਂ ਵੱਖਰੇ ਕੋਰਸ ਜਾਣਾ ਚਾਹੁੰਦੇ ਹੋ ਤੇ ਉਹਦੇ ਕਾਰਨ ਕੀ ਹੈ? ਉਹ ਨੈਚੁਰਲੀ ਜ਼ਿਆਦਾ ਸਕਰੂਟਨੀ ਵਾਲੇ ਪਾਸੇ ਤੁਹਾਡਾ ਕੇਸ ਜਾਏਗਾ। ਤਾਂ ਡਿਪਲੋਮਾਜ਼ ਆਰ ਟੋਟਲੀ ਆਊਟ ਫॉर ਆਸਟ੍ਰੇਲੀਆ। ਮੈਂ ਬਹੁਤ ਅਲੱਗ-ਅਲੱਗ ਪਲੇਟਫਾਰਮਸ ਤੋਂ ਇੱਕੋ ਚੀਜ਼ ਕਹਿਣਾ, ਜੁਲਾਈ 2023 ਇਨਟੇਕ ਉਹ ਲਾਸਟ ਇਨਟੇਕ ਹੋਏਗਾ ਜਦ 2022 ਪਾਸ ਆਊਟ 12ਵੀਂ ਨੂੰ ਐਂਟਰਟੇਨ ਕੀਤਾ ਜਾਏਗਾ। ਤਾਂ ਜਿਹੜੀ ਯੂਨੀਵਰਸਿਟੀ ਮਿਲਦੀ ਹੈ ਜਿੱਥੇ ਤੁਸੀਂ GT ਕੁਆਲੀਫਾਈ ਕਰਦੇ ਹੋ, ਭੱਜ ਕੇ ਫੀਸ ਜਮ੍ਹਾਂ ਕਰਾਓ ਤਾਂ ਕਿ ਵੀਜ਼ਾ ਐਪਲੀਕੇਸ਼ਨ ਅੰਬੈਸੀ 'ਚ ਲਾ ਸਕੋ। ਕਿਉਂਕਿ ਤੁਸੀਂ ਇਸੇ ਚੱਕਰ ਦੇ ਵਿੱਚ ਰਹਿ ਗਏ, ਮੈਂ ਇਸ ਯੂਨੀਵਰਸਿਟੀ ਨਹੀਂ ਜਾਣਾ, ਫਲਾਨੀ ਜਾਣਾ, ਤੇ ਉਹ ਜੁਲਾਈ ਇਨਟੇਕ ਦਾ ਅਗਲਾ ਇਨਟੇਕ ਹੋ ਗਿਆ। ਆਸਟ੍ਰੇਲੀਆ ਵੈਸੇ ਹੀ ਤੁਸੀਂ ਕਾਂਟਾ ਮਾਰ ਦਿਓ ਆਪਣੀ ਡਿਕਸ਼ਨਰੀ 'ਚੋਂ ਵੀ ਆ ਅਗਲੇ ਇਨਟੇਕ 'ਚ ਵੀ ਤੁਹਾਨੂੰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਐਂਟਰਟੇਨ ਕਰੇਗਾ। ਕਿਉਂਕਿ ਅੱਜ ਆਸਟ੍ਰੇਲੀਆ ਬਹੁਤ ਸਾਰੀ ਐਡਵਾਂਟੇਜਸ ਦੇ ਰਿਹਾ ਹੈਗਾ ਹਰੇਕ ਉਸ ਬੱਚੇ ਨੂੰ ਜਿਹੜਾ ਆਸਟ੍ਰੇਲੀਆ ਨੂੰ ਆਪਣਾ ਐਜ਼ ਅ ਸਟੱਡੀ ਡੈਸਟੀਨੇਸ਼ਨ ਮੰਨਣਾ ਚਾਹ ਰਿਹਾ। ਤੇ ਐਪਲੀਕੇਸ਼ਨ ਦਾ ਉਹਨਾਂ ਕੋਲ ਕੋਈ ਘਾਟਾ ਨਹੀਂ ਹੈਗਾ। ਇਟ ਇਜ਼ ਐਜ਼ ਆਫ ਨਾਓ ਮੈਂ ਐਜ਼ ਅ ਸਟੂਡੈਂਟ ਉਹਨਾਂ ਲਈ ਕਾਬਿਲ ਬਣਨਾ, ਉਹ ਆਲਰੇਡੀ ਆਪਣੇ ਆਪ ਨੂੰ ਐਜ਼ ਅ ਕੰਟਰੀ ਡੈਸਟੀਨੇਸ਼ਨ ਕਾਬਿਲ ਬਣਾ ਚੁੱਕੇ ਨੇ ਐਜ਼ ਐਨ ਅਟਰੈਕਟਿਵ ਇੰਟਰਨੈਸ਼ਨਲ ਐਜੂਕੇਸ਼ਨ ਡੈਸਟੀਨੇਸ਼ਨ। ਜੀ ਬਿਲਕੁਲ। ਸੋ ਇਹ ਤਾਂ ਚਲੋ ਜਿਵੇਂ ਆਪਾਂ ਗੱਲ ਕੀਤੀ ਹੈ ਜਿਹੜੇ +2 ਵਾਲੇ ਸਟੂਡੈਂਟਸ ਹੈ, ਤੁਸੀਂ ਕਿਹਾ ਕਿ 22 ਪਾਸ ਆਊਟ, ਹੁਣ ਜੁਲਾਈ ਇਨਟੇਕ ਉਹਨਾਂ ਲਈ ਲਾਸਟ ਮੌਕਾ ਹੈ ਕਿ ਉਹ ਅਪਲਾਈ ਕਰ ਸਕਦੇ ਨੇ। ਪਰ ਜਿਨ੍ਹਾਂ ਨੇ ਮਾਸਟਰਸ ਲਈ ਅਪਲਾਈ ਕੀਤਾ ਹੈ ਉਹਨਾਂ ਦੇ ਉੱਪਰ ਵੀ ਜ਼ਰੂਰ, ਕਿਉਂਕਿ ਸਵਾਲ ਸਾਡੇ ਕੋਲ ਸਟੂਡੈਂਟਸ ਇਹ ਵੀ ਆਉਂਦੇ ਕਿ ਅਸੀਂ ਮਾਸਟਰਸ ਲਈ ਅਪਲਾਈ ਕੀਤਾ ਤਾਂ ਅਸੀਂ ਕਿੰਨੇ ਟਾਈਮ ਤੱਕ ਅਪਲਾਈ ਕਰ ਸਕਦੇ ਹਾਂ, ਇਹ ਜ਼ਰੂਰ ਦੱਸੋ ਕਿਹੜੇ ਈਅਰ ਦਾ ਪਾਸ ਆਊਟ ਸਟੂਡੈਂਟ ਮਾਸਟਰਸ ਲਈ ਅਪਲਾਈ ਕਰ ਸਕਦਾ ਹੈ? ਦੇਖੋ, ਮਾਸਟਰਸ ਅਪਲਾਈ ਕਰਨ ਦਾ ਜਿਹੜਾ ਤੁਸੀਂ ਲਾ ਕੇ ਚੱਲੋ, ਤੁਸੀਂ ਲਾਸਟ ਬੈਚਲਰ ਕੀਤੀ ਹੈਗੀ, ਉਸ ਤੋਂ ਬਾਅਦ 7-8 ਸਾਲ ਦਾ ਵਰਕ ਐਕਸਪੀਰੀਅੰਸ ਹੈਗਾ, ਤੁਸੀਂ ਅੱਜ ਉਹ ਮਾਸਟਰਸ ਸਿਲੈਕਟ ਕਰੋਗੇ ਜਿਹੜੀ ਤੁਹਾਡੀ ਪ੍ਰੋਫਾਈਲ ਨੂੰ ਵਾਧਾ ਦਿੰਦੀ ਹੈ। ਉਹ ਕੋਰਸ ਸਿਲੈਕਟ ਕਰੋਗੇ ਜਿੱਥੇ ਜਾਣ ਦੇ ਵਾਸਤੇ ਹੀ 3 ਤੋਂ 4 ਸਾਲ ਦਾ ਐਕਸਪੀਰੀਅੰਸ ਮੰਗਦੇ ਨੇ। ਤੁਸੀਂ ਜੇ ਅੱਜ ਉਹ ਕੋਰਸ ਸਿਲੈਕਟ ਕਰਦੇ ਹੋ ਜੋ ਤੁਹਾਡਾ ਕਲਾਸਮੇਟ ਹੈ, ਫਰੈਸ਼ ਪਾਸ ਆਊਟ ਹੈ, ਤੁਸੀਂ ਇੱਕ ਤਰੀਕੇ ਨਾਲ ਵੀਜ਼ਾ ਆਫਿਸਰ ਨੂੰ ਇੰਡੀਕੇਸ਼ਨ ਦਿੰਦੇ ਪਏ ਹੋ ਵੀ ਜਿਹੜੀ ਮੈਂ ਇੱਥੇ ਐਕਸਪੀਰੀਅੰਸ ਦਿੱਤਾ ਉਹਨੂੰ ਮਿੱਟੀ ਕਰ ਚੱਲਿਆ ਮੈਂ, ਵੀ ਮੈਂ ਉਹ ਬੰਦਿਆਂ ਨਾਲ ਬੈਠਾਂਗਾ ਜਿਹੜਾ ਫਰੈਸ਼ ਪਾਸ ਆਊਟ ਹੋ ਕੇ ਨਿਕਲਿਆ ਤੇ ਮੈਂ 8 ਸਾਲ ਦੀ ਆਪਣੀ ਇੰਟੈਲੀਜੈਂਸ ਲੈਵਲ ਜੋ ਮੈਂ ਸਿੱਖਿਆ
ਜਾਂ ਜੋ ਮੈਂ ਪੋਟੈਂਸ਼ੀਅਲ ਅਰਨ ਕੀਤਾ ਕਿਤੇ ਕੰਮ ਕਰਕੇ ਉਹਨੂੰ ਮਿੱਟੀ ਕਰ ਚੱਲਿਆ, ਇਹ ਵੈਸੇ ਹੀ ਨਾਨ ਜੀਟੀ ਹੋ ਜਾਂਦਾ ਹੈ। ਤਾਂ 8 ਤੋਂ 10 ਸਾਲ ਨੋ ਪ੍ਰੋਬਲਮ ਐਟ ਆਲ, ਐਜ਼ ਲੌਂਗ ਐਜ਼ ਤੁਸੀਂ ਉਹਦੇ ਵਿੱਚ ਤਰੱਕੀਆਂ ਲਿੱਤੀਆਂ ਨੇ, ਉਹਦੇ ਵਿੱਚ ਅਪਗ੍ਰੇਡ ਕੀਤਾ ਆਪਣੇ ਆਪ ਨੂੰ, ਤੇ ਅੱਜ ਸਟੈਗਨੈਂਸੀ ਆ ਚੁੱਕੀ ਹੈ ਤੁਹਾਡੇ ਪੈਸੇ ਕਮਾਉਣ ਲਈ, ਤਾਂ ਤੁਹਾਨੂੰ ਪੜ੍ਹਾਈ ਵਾਲਾ ਪਾਸਾ ਲੈਣਾ ਚਾਹ ਰਿਹਾ ਹੈ, ਤਾਂ ਉਹ ਜੇ ਸਾਰੇ ਪ੍ਰੂਫ ਐਕਸਪਲੇਨੇਸ਼ਨ ਵਾਲੇ ਹੈਗੇ ਆ ਤਾਂ 7-8 ਸਾਲ ਜਾਂ 10 ਸਾਲ ਦਾ ਐਕਸਪੀਰੀਅੰਸ ਤੁਹਾਡੀ ਗ੍ਰੈਜੂਏਸ਼ਨ ਤੋਂ ਬਾਅਦ ਬਿਲਕੁਲ ਚੱਲੇਗਾ। ਐਂਡ ਯੂਨੀਵਰਸਿਟੀ ਤੇ ਕੋਰਸ ਉਹ ਸਿਲੈਕਟ ਕਰੋ ਜਿਹੜੇ ਤੁਹਾਡੇ ਐਕਸਪੀਰੀਅੰਸ ਨੂੰ ਇੱਕ ਰਿਕੁਆਇਰਮੈਂਟ ਬਣਾ ਕੇ ਤੁਹਾਨੂੰ ਐਂਟਰੀ ਕਰੇ ਆਪਣੇ ਕੋਰਸ ਦੇ ਵਿੱਚ। ਜੀ 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 ਬਿਲਕੁਲ। ਸੋ ਸਟੂਡੈਂਟਸ ਆਪਣਾ ਵੀ ਕੋਈ ਸਵਾਲ ਹੋਵੇ ਤਾਂ ਲਗਾਤਾਰ ਨੰਬਰ ਡਿਸਪਲੇ ਹੈ ਜਿਸ ਉੱਪਰ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ, ਤੇ ਨਾਲ ਦੀ ਨਾਲ ਐਡਰੈਸ ਡਿਟੇਲਸ ਵੀ ਜੋ ਹੈ ਸਕਰੋਲ ਦੇ ਵਿੱਚ ਚੱਲ ਰਹੀਆਂ ਨੇ। ਤੁਸੀਂ ਜਿੱਥੇ ਵੀ ਤੁਹਾਨੂੰ ਨੇੜੇ ਲੱਗਦਾ ਤੁਸੀਂ ਜ਼ਰੂਰ ਆਪਣੇ ਡਾਕੂਮੈਂਟਸ ਲੈ ਕੇ ਇੱਥੇ ਵਿਜ਼ਿਟ ਕਰੋ ਤਾਂ ਕਿ ਟਾਈਮਲੀ ਤੁਸੀਂ ਅਸੈਸਮੈਂਟ ਕਰਵਾਓ ਔਰ ਸਹੀ ਆਪਸ਼ਨ ਦੇ ਨਾਲ ਅੱਗੇ ਵਧੋ। ਤੇ ਮੈਂ ਇੱਥੇ ਗੱਲ ਕਰਨਾ ਚਾਹੂੰਗੀ ਸਰ ਉਹਨਾਂ ਸਟੂਡੈਂਟਸ ਦੀ ਜਿਹੜੇ ਕੋਰਸ ਚੇਂਜ ਕਰ ਲੈਂਦੇ ਨੇ, ਸੋ ਕੀ ਨੁਕਸਾਨ ਉਹਨਾਂ ਨੂੰ ਹੋ ਸਕਦਾ ਹੈ ਕੋਰਸ ਚੇਂਜ ਕਰੇ, ਤੇ ਕੀ ਫਿਊਚਰ ਫਿਰ ਅੱਗੋਂ ਸਟੂਡੈਂਟ ਦਾ ਰਹਿੰਦਾ ਹੈ? ਤੁਹਾਡੇ ਕੋਲ ਬਹੁਤ ਸਾਰੇ ਸਟੂਡੈਂਟ ਆਉਂਦੇ ਨੇ, ਕੁਝ ਐਸੀਆਂ ਗਲਤੀਆਂ ਵੀ ਕਰਦੇ ਹੋਣਗੇ, ਤਾਂ ਕੀ ਉਹਨਾਂ ਦਾ ਫਿਊਚਰ ਅੱਗੋਂ ਰਹਿੰਦਾ ਫਿਰ? ਦੇਖੋ, ਆਸਟ੍ਰੇਲੀਆ 'ਚ ਮਾਰਕੀਟ 'ਚ ਕੰਮ ਕਰਦੇ ਹੋਏ ਆਲਮੋਸਟ ਮੈਨੂੰ 21 ਸਾਲ ਹੋ ਗਏ ਨੇ। 2011 ਉਹ ਟਾਈਮ ਸੀਗਾ ਜਦ ਇੱਕ ਵਾਰ ਫੋਨ ਵੱਜਦੇ ਸੀ, ਭਾਜੀ ਬਹੁਤ ਬਹੁਤ ਮੁਬਾਰਕਾਂ ਮੈਂ ਪੱਕਾ ਹੋ ਗਿਆ, ਇਹੋ ਜਿਹੀ ਨਿਊਜ਼ ਆਉਂਦੀਆਂ ਸੀਗੀਆਂ। 2012 'ਚ ਉਹ ਟਾਈਮ ਆਇਆ ਜਦ ਆਉਂਦਾ ਸੀ, ਭਾਜੀ ਮੈਂ ਇੱਥੇ ਫਸ ਗਿਆ, ਹੁਣ ਮੈਂ ਕੀ ਕਰਾਂ? ਮੈਂ ਐਕਸਪੀਰੀਅੰਸ ਇੱਥੋਂ ਦਿਖਾਇਆ ਸੀਗਾ, ਉਹਨਾਂ ਨੇ ਆਹ ਫੜ ਲਿਆ, ਮੈਂ ਚਲਾ ਟੈਕਸੀ ਰਿਹਾ ਸੀ, ਮੇਰੀ ਉੱਥੇ ਰੇਡ ਪੈ ਗਈ, ਐਕਸੈਕਟਰਾ ਵੱਖਰੇ ਵੱਖਰੇ ਸਵਾਲ। ਤੇ ਇਹ ਉਹ ਬੱਚਾ ਹੈਗਾ ਜਿਹੜਾ ਰੂਲ ਨੂੰ ਤੋੜਦਾ ਸੀਗਾ। ਬੜਾ ਛੋਟਾ ਜਿਹਾ ਐਗਜ਼ਾਮਪਲ ਦਿੰਦਾ, ਹਰੇਕ ਉਸ ਇਨਸਾਨ ਨੂੰ, ਹਰੇਕ ਉਸ ਮਾਂ-ਬਾਪ ਨੂੰ ਜੋ ਮੇਰੇ ਕੋਲ ਕਾਉਂਸਲਿੰਗ ਵਾਸਤੇ ਆਉਂਦੇ ਨੇ, ਜਦ ਆਪਾਂ ਸੜਕ 'ਤੇ ਗੱਡੀ ਚਲਾਉਂਦੇ ਹਾਂ, ਜੇ ਰੂਲਸ ਦੀ ਪਾਲਣਾ ਕਰਾਂਗੇ ਤਾਂ ਆਪਣੀ ਲਾਈਫ ਵੀ ਸੁਰੱਖਿਅਤ ਹੈ ਤੇ ਆਪਣਾ ਐਸੈਟ ਜੋ ਗੱਡੀ ਹੈ ਉਹ ਵੀ ਸੁਰੱਖਿਅਤ ਹੈ। ਜਿੱਥੇ ਆਪਾਂ ਰੂਲ ਤੋੜਾਂਗੇ ਸ਼ਾਇਦ ਮੇਰੀ ਟੰਗ ਵੀ ਟੁੱਟੇਗੀ ਤੇ ਮੇਰੀ ਗੱਡੀ ਵੀ ਭੰਨੀ ਜਾਏਗੀ। ਹੁਣ ਦੋਨਾਂ ਹੀ ਸੂਰਤਾਂ ਦੇ ਵਿੱਚ ਜੇ ਮੇਰੀ ਟੰਗ ਟੁੱਟੀ ਹੋਈ ਹੈ, ਮੈਂ ਹਸਪਤਾਲ ਲਾਵਾਂਗਾ ਮਹੀਨਾ 2 ਮਹੀਨਾ ਤੇ ਪੈਸੇ ਵੀ ਖਰਚਾਂਗਾ। ਇਹੀ ਚੀਜ਼ ਆਸਟ੍ਰੇਲੀਆ ਦੇ ਸਟੂਡੈਂਟ ਵੀਜ਼ੇ ਦੇ ਨਾਲ ਕੰਪੇਅਰ ਕਰ ਲਓ। ਤੁਹਾਨੂੰ ਇੱਕ ਰੂਲ ਦਿੱਤੇ ਗਏ ਨੇ ਵੀਜ਼ੇ ਦੇ ਨਾਲ ਲਿਖ ਕੇ, ਰੂਲ ਤੋੜਨ ਵਾਲੇ ਇੱਥੇ ਵੀ ਸੜਕਾਂ 'ਤੇ ਬਥੇਰੇ, ਤੁਹਾਡੇ ਨਾਲ ਕੋਈ ਹਾਰਨ ਵਜਾ ਕੇ ਲੰਘ ਜਾਵੇ, ਤੁਸੀਂ ਕਹਿੰਦੇ ਹੋ ਅੱਛਾ ਕਾਕਾ ਜੀ ਮੇਰੇ ਤੋਂ ਅੱਗੇ, ਮੈਂ ਤੇਰੇ ਪਿੱਛੇ ਪਿੱਛੇ ਰੂਲ ਤੋੜਾਂਗਾ। ਉਸੇ ਤਰੀਕੇ ਨਾਲ ਆਸਟ੍ਰੇਲੀਆ ਦੇ ਵਿੱਚ ਕੋਈ ਕੰਨ 'ਚ ਆ ਕੇ ਗੱਲ ਕਹਿ ਦੇਵੇ, ਕਿੱਥੇ ਪੜ੍ਹੀ ਜਾਂਦਾ, ਇੱਥੇ ਫੀਸ ਜ਼ਿਆਦਾ, ਤੂੰ ਆ ਸਸਤੇ ਵਾਲੇ ਕਾਲਜ 'ਚ ਆ ਜਾ, ਇੰਨੀ ਜੀ ਕੰਨ 'ਚ ਆਵਾਜ਼ ਆਉਣੀ ਚਾਹੀਦੀ ਹੈ। ਤੁਸੀਂ ਆਪਣਾ ਸਾਰੇ ਰੂਲਾਂ ਨੂੰ ਭੁੱਲ ਕੇ ਉਹਦੇ ਪਿੱਛੇ ਹੋ ਜਾਂਦੇ ਹੋ। ਹੁਣ ਜਦੋਂ ਐਕਸੀਡੈਂਟ ਹੋਣਾ ਹੈ, ਤੁਹਾਡਾ ਟਾਈਮ ਤੇ ਤੁਹਾਡਾ ਪੈਸਾ ਦੋਨੋਂ ਹੀ ਜਾਣੇ ਆ, ਜਿਹਦੇ ਕਰਕੇ ਤੁਸੀਂ ਉਹ ਸਵਿਚ ਕੀਤਾ ਸੀ ਕੋਰਸ ਫਰੋਮ ਮਾਸਟਰਸ ਟੂ ਡਿਪਲੋਮਾ ਔਰ ਬੈਚਲਰਸ ਟੂ ਡਿਪਲੋਮਾ, ਕਿਉਂਕਿ ਉਹਨਾਂ ਦਾ ਰੂਲ ਬੜਾ ਸਪਸ਼ਟ ਇੰਟਰਨੈਟ 'ਤੇ ਲਿਖਿਆ ਹੋਇਆ ਹੈਗਾ, ਉਹਨਾਂ ਦੀ ਵੈਬਸਾਈਟ 'ਤੇ ਲਿਖਿਆ DHA ਦੀ, ਦੈਟ ਜੇ ਤੁਸੀਂ ਹਾਇਰ ਲੈਵਲ ਤੋਂ ਲੋਅਰ ਲੈਵਲ ਕੋਰਸ ਦੇ ਵਿੱਚ ਆਨੇ ਪਏ ਹੋ, ਤੁਹਾਡੇ ਕੋਲ ਵਾਇਬਲ ਰੀਜ਼ਨ ਹੋਣੇ ਚਾਹੀਦੇ ਹੈ। ਤੇ ਅਨਫੋਰਚੂਨੇਟਲੀ ਸਾਡੇ ਕੋਲ ਵਾਇਬਲ ਰੀਜ਼ਨ ਕੋਈ ਨਹੀਂ ਹੁੰਦੇ, ਇੱਕ ਲਾਈਲੱਗਪਨਾ ਹੁੰਦਾ ਹੈ, ਸਿਰਫ ਉਹ ਪੈਸੇ ਬਚਾਉਣ ਦਾ $10,000 1 ਸਾਲ ਦਾ ਜਾਂ $15,000 1 ਸਾਲ ਦਾ, ਇੰਨੀ ਕੁ ਬੱਚਤ ਹੀ ਹੁੰਦੀ ਹੈ ਜੇ ਮੈਂ ਕੋਰਸ ਬਦਲਦਾ। ਬਟ ਉਹ $15,000 ਤੀਜੇ ਸਾਲ ਜਾਂ ਚੌਥੇ ਸਾਲ ਮੈਂ ਕਿਸੇ ਹੋਰ ਕਾਲਜ ਨੂੰ ਭਰ ਰਿਹਾ ਹੁੰਦਾ ਫੀਸ, ਕਿਉਂਕਿ ਵੀਜ਼ਾ ਵਧਾਉਣਾ ਜਾਂ ਕਿਸੇ ਵਕੀਲਾਂ ਨੂੰ ਦੇ ਰਿਹਾ ਹੁੰਦਾ, ਤਾਂ ਜਿਹੜਾ ਪੈਸਾ ਬਚਾਇਆ ਉਹ ਦੇਣਾ ਤਾਂ ਕਿਸੇ ਜੇਬ ਦੇ ਵਿੱਚ ਹੀ ਹੈ। ਅੱਜ ਨਹੀਂ ਦੇਣਾ, 3 ਸਾਲ ਬਾਅਦ ਦੇਣਾ, ਪਰ ਉਹ 3 ਸਾਲ ਦੀ ਅੱਗੇ ਦੀ ਜਰਨੀ ਜਿਹੜੀ ਹੈ ਉਹ ਭਰੀ ਹੋਈ ਹੈ ਅਨਸਰਟਨਿਟੀ ਦੇ ਨਾਲ। ਮੇਰੀ PR ਕਦ ਆਏਗੀ, ਕਿਵੇਂ ਆਏਗੀ, ਮੈਂ ਇੰਪਲਾਇਰ ਨੂੰ ਹਰ ਮਹੀਨੇ ਇੰਨੇ ਪੈਸੇ ਦੇਣੇ ਆ ਤਾਂ ਕਿ ਮੇਰਾ ਖਾਤਾ ਚਲਾਉਂਦਾ ਰਹੇ, ਮੈਂ ਵਕੀਲ ਨੂੰ ਇੰਨੇ ਪੈਸੇ ਦੇਣੇ ਆ ਹਰ ਮਹੀਨੇ ਹਰ ਬ੍ਰਿਜਿੰਗ ਵੀਜ਼ਾ ਦੇ ਉੱਤੇ ਕਿਉਂਕਿ ਮੇਰੀ ਐਪਲੀਕੇਸ਼ਨ ਬ੍ਰਿਜਿੰਗ ਵੀਜ਼ਾ ਦੀ ਲਾਉਂਦਾ ਪਿਆ। ਤਾਂ ਅੱਜ ਪੈਸੇ ਖਰਚੋਗੇ 2 ਸਾਲ, ਜਿਵੇਂ ਸ਼ੁਰੂਆਤ 'ਚ ਹੀ ਕਿਹਾ ਪਹਿਲੇ ਸਵਾਲ 'ਚ ਹੀ, 2 ਸਾਲ ਆਪਣੇ ਹਿਸਾਬ ਨਾਲ ਜ਼ਿੰਮੇਵਾਰੀ ਨਾਲ ਕੱਢੋ, ਅਗਲੇ 7-8 ਸਾਲ ਐਂਡ PR ਦੋਨੋਂ ਕਿਤੇ ਨਹੀਂ ਗਈ ਤੇ ਆਪਣੀ ਸ਼ਰਤਾਂ ਤੇ PR ਹੋਵੋਗੇ, ਨਾ ਕਿ ਕਿਸੇ ਡਾਕੂਮੈਂਟ ਦੇ ਉੱਤੇ ਜਾਂ ਕਿਸੇ ਜੁਗਾੜ ਦੇ ਉੱਤੇ ਜਿਹਦੇ ਵਿੱਚ ਹਮੇਸ਼ਾ ਡਰ ਰਹਿੰਦਾ ਹੈਗਾ। ਜੀ 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 ਬਿਲਕੁਲ। ਤੇ ਅੱਗੋਂ ਸਾਡੇ ਕੋਲ ਨਾ ਕੁਝ ਸਵਾਲ ਜਿਵੇਂ ਸਟੂਡੈਂਟਸ ਹੁੰਦੇ ਨੇ ਕਿ ਕੁਝ ਪ੍ਰੋਫਾਈਲਸ ਐਸੀਆਂ ਜਿੱਥੇ GT ਜਲਦੀ ਕਲੀਅਰ ਨਹੀਂ ਹੋ ਰਹੀ, ਸੋ ਮੈਂ ਤੁਹਾਡੇ ਤੋਂ ਜ਼ਰੂਰ ਚਾਹੂੰਗੀ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਨੂੰ GT ਕਲੀਅਰ ਹੋਣ ਦੀ ਦਿੱਕਤ ਆ ਰਹੀ ਹੈ ਔਰ ਕਿਹੜੀ ਗੱਲਾਂ ਦਾ ਧਿਆਨ ਜ਼ਰੂਰ ਸਟੂਡੈਂਟਸ ਨੂੰ ਵੀ ਰੱਖਣਾ ਚਾਹੀਦਾ ਹੈ ਖਾਸ ਤੌਰ ਤੇ GT ਨੂੰ ਲੈ ਕੇ? ਜਦ ਡਾਕੂਮੈਂਟੇਸ਼ਨ ਤੇ ਤੁਹਾਡੇ ਇੰਟਰਵਿਊ ਸਿੰਕ 'ਚ ਨਹੀਂ ਹੁੰਦਾ ਉਦੋਂ ਪ੍ਰੋਬਲਮ ਆਣੀ ਹੈ। ਛੋਟਾ ਜਿਹਾ ਐਗਜ਼ਾਮਪਲ, ਇੱਕ ਯੂਨੀਵਰਸਿਟੀ ਇੰਟਰਵਿਊ ਲੈ ਰਹੀ ਹੈ ਐਂਡ ਬੱਚਾ ਕਹਿੰਦਾ ਹਾਂਜੀ ਮੈਂ ਇਹ ਕੋਰਸ ਜਾਣਾ, ਉਹ ਕਹਿੰਦਾ ਜੀ ਤੁਹਾਡਾ ਐਕਸਪੀਰੀਅੰਸ ਕਿੱਥੇ ਹੈ, ਤੁਸੀਂ ਕਹਿੰਦੇ ਜੀ ਬਲਾ 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 ਕੰਪਨੀ ਦੇ ਵਿੱਚ। ਅਗਲਾ ਸਵਾਲ ਆਉਂਦਾ, ਅੱਛਾ ਇਹ ਕੰਪਨੀ ਦੇ ਵਿੱਚ ਤੁਸੀਂ ਕੀ ਕਰਦੇ ਹੋ? ਹੁਣ ਜੇ ਤੁਸੀਂ ਐਕਚੁਅਲ ਦੇ ਵਿੱਚ ਕੰਮ ਕੀਤਾ ਹੈ, ਤੁਹਾਡੇ ਕੋਲ ਗੱਲਾਂ ਨਹੀਂ ਮੁੱਕਦੀਆਂ ਕਰਨ ਵਾਲੀਆਂ। ਮੇਰੇ ਕੋਲ 15 ਬੰਦਿਆਂ ਦੀ ਟੀਮ ਹੈ ਜਾਂ 15 ਬੰਦਿਆਂ ਦੀ ਟੀਮ ਦਾ ਮੈਂ ਹਿੱਸਾ ਹਾਂ, ਇੱਕ ਕੰਮ ਆਹ ਕਰਦਾ, ਦੂਜਾ ਮੈਂ ਕਰਦਾ, ਕਲਾਇੰਟ ਦਾ ਆਹ ਹੁੰਦਾ, ਇਹ ਹੁੰਦਾ, ਤੁਸੀਂ ਗੱਲਾਂ ਕਰਨੀਆਂ ਬੰਦ ਹੀ ਨਹੀਂ ਕਰੋਗੇ ਜੇ ਤੁਸੀਂ ਐਕਚੁਅਲ ਦੇ ਵਿੱਚ ਉਹ ਫੀਲ ਕੀਤਾ ਐਕਸਪੀਰੀਅੰਸ ਵਾਲਾ ਮਾਹੌਲ।
ਹੁਣ ਉਹਦੇ ਤੋਂ ਉੱਤੋਂ ਹੀ ਤੁਹਾਡਾ ਅਗਲਾ ਸਵਾਲ ਆਂਦਾ, ਅੱਛਾ ਇਹ ਕੋਰਸ ਕਰਨ ਕਿਉਂ ਜਾਣੇ ਪਏ ਹੋ। ਹੁਣ ਇਹੋ ਜਿਹੇ ਸਵਾਲਾਂ ਤੋਂ ਬਾਅਦ ਉਹ ਆਂਦਾ ਹੈਗਾ ਤੁਹਾਡੇ ਫਾਈਨੈਂਸਿਸ ਦੇ ਉੱਤੇ, ਤੁਹਾਡੇ ਪ੍ਰਾਪਰਟੀਜ਼ ਦੇ ਉੱਤੇ, ਤੁਹਾਡੀ ਆਮਦਨ ਦੇ ਉੱਤੇ, ਤੁਹਾਡੇ ਸਪਾਊਸਿਸ ਦੇ ਉੱਤੇ। ਤੁਸੀਂ ਜੋ ਜਵਾਬ ਦਿੰਦੇ ਹੋ ਉਹ ਇੱਕ ਫਲੋ 'ਚ ਨਿਕਲਦਾ ਇੰਟਰਵਿਊ ਦੇ ਵਿੱਚ। ਪਰ 90% ਕੰਸਲਟੈਂਟ, 90% ਸਟੂਡੈਂਟਸ ਉਸ ਨੂੰ ਸਿੰਕ ਨਹੀਂ ਬਣਾ ਪਾਉਂਦੇ ਆਪਣੇ ਕਾਗਜ਼ਾਂ ਦੇ ਨਾਲ। ਫॉर एग्जांपल ਇੰਟਰਵਿਊ ਦੇ ਵਿੱਚ ਕਿਹਾ ਮਾਈ ਸਪਾਊਸ ਇਜ਼ ਗ੍ਰੈਜੂਏਟ ਐਂਡ ਉਹਨਾਂ ਦੀ ਇਨਕਮ 3 ਲੱਖ ਰੁਪਏ ਹੈ ਇਸ ਫਲਾਣੇ ਸੋਰਸ ਤੋਂ, ਐਗਰੀਕਲਚਰ ਫॉर एग्जांपल। ਪਰ ਜਿਹੜੀ ਤੁਹਾਡੀ ITR ਤੁਸੀਂ ਸਬਮਿਟ ਕਰਦੇ ਪਏ ਹੋ ਉਹ ਟਿਊਸ਼ਨ ਇਨਕਮ ਦੀ ITR ਹੈ, ਤਾਂ ਉਹ ਮਿਸਮੈਚ ਹੋ ਗਿਆ ਨਾ ਆਨਸਰ। ਤੁਸੀਂ ਕਿਉਂ, ਇਹ ਉਦੋਂ ਹੁੰਦਾ ਜਦ ਐਕਚੁਅਲ ਦੇ ਵਿੱਚ ਅਸੀਂ ਕੁਝ ਹੋਰ ਕਰਦੇ ਹੁੰਦੇ ਆ ਤੇ ਕਾਗਜ਼ ਕੁਝ ਹੋਰ ਦਿੱਤੇ ਹੁੰਦੇ ਨੇ। ਤੁਹਾਨੂੰ ਆਪ ਨੂੰ ਨਹੀਂ ਪਤਾ ਤੁਸੀਂ ਕਹਿਣਾ ਕੀ ਹੈ ਤੇ ਕਿਵੇਂ, ਕਿਉਂ ਕਹਿਣਾ ਤੇ ਕਿਸ ਲਈ ਕਹਿਣਾ, ਯੂ نو ਦੈਟ ਵੇਜ਼। ਹੁਣ ਜੇ ਉਹ ਮਿਸਮੈਚ ਹੋ ਗਿਆ, ਉਹ ਨॉन GT ਹੈ, ਟੋਟਲੀ ਨॉन GT ਹੈ, ਯੂਨੀਵਰਸਿਟੀ ਉਹਨੂੰ ਦੂਸਰਾ ਚਾਂਸ ਨਹੀਂ ਦਿੰਦੀ। ਇੱਕ ਸਟੂਡੈਂਟ ਨੂੰ ਅੱਜ ਬਹੁਤ ਵਾਰ ਕਹਿ ਚੁੱਕੇ ਹਾਂ, ਇੱਕ ਵਾਰ ਦੁਬਾਰਾ ਕਹਿਣਾ ਹੈ, ਆਪਣੀ ਫਾਈਲ ਦੀ ਜ਼ਿੰਮੇਵਾਰੀ ਆਪ ਚੱਕਣੀ ਪਏਗੀ। ਕਿਹੜੇ ਕਾਗਜ਼ ਜਮ੍ਹਾਂ ਕਰਾਉਂਦਾ ਪਿਆ, ਕਾਗਜ਼ਾਂ 'ਚ ਕੀ ਲਿਖਿਆ ਹੈ, ਔਨ ਟੌਪ ਆਫ ਦੈਟ ਆਫਰ ਲੈਟਰ ਦੇ ਵਿੱਚ ਕੀ ਲਿਖਿਆ। ਕਈ ਵਾਰ ਤਾਂ ਇਹ ਵੀ ਹੋਇਆ ਸਟੂਡੈਂਟਸ ਕਹਿੰਦੇ ਆ ਜੀ ਮੈਨੂੰ ਸਕਾਲਰਸ਼ਿਪ ਹੀ ਨਹੀਂ ਪਤਾ ਕਿੰਨੀ ਸੀਗੀ, ਮੈਨੂੰ ਦੱਸਿਆ ਨਹੀਂ ਗਿਆ, ਤੇ ਮੈਨੂੰ ਯੂਨੀਵਰਸਿਟੀ ਵਾਲਾ ਬਾਰ-ਬਾਰ ਇਹੀ ਪੁੱਛਦਾ ਰਿਹਾ ਸਕਾਲਰਸ਼ਿਪ ਕਿੰਨੀ ਹੈ। ਉਹ ਕਹਿੰਦਾ ਮੈਂ ਬਲੈਂਕ ਸੀਗਾ। ਹੁਣ ਜੇ ਤੁਹਾਨੂੰ ਆਪਣੇ ਆਫਰ ਲੈਟਰ ਤੇ ਲਿਖੀ ਹੋਈ ਸਕਾਲਰਸ਼ਿਪ ਨਹੀਂ ਪਤਾ, ਤੁਹਾਨੂੰ ਯੂਨੀਵਰਸਿਟੀ GT ਮੰਨੂਗੀ ਕਿਵੇਂ? ਡਾਕੂਮੈਂਟ ਛੱਡ ਦਿਓ 2 ਮਿੰਟ ਵਾਸਤੇ। ਤਾਂ ਤੁਹਾਨੂੰ ਇਹੀ ਨਹੀਂ ਪਤਾ ਤੁਹਾਡੀ ਫੀਸ $44,000 ਹੈ ਤੇ ਸਕਾਲਰਸ਼ਿਪ ਤੋਂ ਬਾਅਦ $28,000 ਹੈ, ਵਿਚ ਇਜ਼ ਦ ਬਿਗੇਸਟ ਐਡਵਾਂਟੇਜ। ਤੁਹਾਡੇ $12-14,000 ਬਚਦੇ ਪਏ ਹੈ 1 ਸਾਲ ਦੇ ਉੱਤੇ। ਤੁਸੀਂ ਉਹੀ ਹਾਈਲਾਈਟ ਨਹੀਂ ਕਰ ਪਾਏ ਯੂਨੀਵਰਸਿਟੀ ਵਾਲੇ ਨੂੰ ਇੰਟਰਵਿਊ ਦੇ ਵਿੱਚ, ਤੇ ਕਾਹਦੇ GT? ਤਾਂ GT ਕਲੀਅਰ ਕਰਨਾ ਇਜ਼ ਵੈਰੀ ਸਿੰਪਲ, ਐਜ਼ ਲੌਂਗ ਐਜ਼ ਤੁਸੀਂ ਕੰਟਰੋਲ 'ਚੋਂ ਤੇ ਤੁਹਾਡੇ ਕੋਲ ਚੰਗੀ ਗਾਈਡੈਂਸ ਹੈ ਉਹ ਐਂਡ ਪੁਆਇੰਟ ਤੱਕ ਲਿਜਾਣ ਵਾਸਤੇ। ਜੀ ਬਿਲਕੁਲ। ਸੋ ਜੁਲਾਈ ਇਨਟੇਕ ਬਾਰੇ ਵੀ ਥੋੜਾ ਅਪਡੇਟ ਜ਼ਰੂਰ ਚਾਹਾਂਗੇ ਕਿ ਕਿਹੜੇ ਸਟੂਡੈਂਟਸ ਦੀ ਤੁਸੀਂ ਪ੍ਰੋਫਾਈਲ ਬੈਸਟ ਮੰਨਦੇ ਹੋ ਕਿ ਹੁਣ ਜੁਲਾਈ ਇਨਟੇਕ ਲਈ ਫਟਾਫਟ ਅਪਲਾਈ ਜ਼ਰੂਰ ਕਰ ਲੈਣ, ਔਰ ਕਿਸ ਤਰ੍ਹਾਂ ਦੇ ਕੋਰਸ ਸਿਲੈਕਸ਼ਨ ਵੇਲੇ ਸਟੂਡੈਂਟਸ ਨੂੰ ਆਸਟ੍ਰੇਲੀਆ ਲਈ, ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਅਸੀਂ ਜਾਣਦੇ ਹਾਂ ਕਿ ਕੈਨੇਡਾ ਤੋਂ ਜਾਂ ਬਾਕੀ ਕੰਟਰੀਜ਼ ਤੋਂ ਫਾਈਲਿੰਗ ਬਿਲਕੁਲ ਡਿਫਰੈਂਟ ਹੋ ਜਾਂਦੀ ਹੈ ਆਸਟ੍ਰੇਲੀਆ ਦੀ। ਸੋ ਕਿਹੜੀ ਗੱਲਾਂ ਦਾ ਧਿਆਨ ਰੱਖਦੇ ਹੋਏ ਜੁਲਾਈ ਇਨਟੇਕ ਲਈ ਸਟੂਡੈਂਟਸ ਜੋ ਹੈ ਅਪਲਾਈ ਕਰਨ? ਸਭ ਤੋਂ ਪਹਿਲਾਂ ਆਪਣੀ ਐਪਲੀਕੇਸ਼ਨ 2 ਤੋਂ 3 ਯੂਨੀਵਰਸਿਟੀਆਂ ਜ਼ਰੂਰ ਚਲਾਓ। ਇਰਰਿਸਪੈਕਟਿਵ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਉਹ ਕੋਈ ਕ੍ਰਾਈਟੇਰੀਆ ਨਹੀਂ ਹੋਣਾ ਚਾਹੀਦਾ, ਕਿਉਂਕਿ ਬੀਚ ਹਰ ਥਾਂ ਤੇ ਨੇ, ਰਿਸ਼ਤੇਦਾਰ ਪੰਜਾਬੀ ਹਰ ਥਾਂ ਤੇ ਹੀ ਨੇ। ਤੁਹਾਨੂੰ ਚਾਹੀਦਾ ਇੱਕ ਆਸਟ੍ਰੇਲੀਆ ਦਾ ਵੀਜ਼ਾ ਜਿਹਦੀ ਸ਼ੁਰੂਆਤ ਹੁੰਦੀ ਹੈ ਵੱਖਰੀ ਯੂਨੀਵਰਸਿਟੀਆਂ 'ਚ ਐਡਮਿਸ਼ਨ ਪਾ ਕੇ। ਉਸ ਤੋਂ ਬਾਅਦ ਜਿੱਥੇ GT ਕਲੀਅਰ ਹੋਈ, ਦੋਨਾਂ 'ਚ ਕਲੀਅਰ ਹੋਈ ਜਾਂ ਤਿੰਨਾਂ 'ਚ ਕਲੀਅਰ ਹੋਈ, ਤੁਹਾਡੀ ਮਰਜ਼ੀ, ਜਿੱਥੇ ਮਰਜ਼ੀ ਪੈਸੇ ਭਰੋ। ਦੋਵਾਂ 'ਚ ਕਲੀਅਰ ਹੋਈ, ਫਿਰ ਤੁਹਾਡੀ ਮਰਜ਼ੀ, ਜਿੱਥੇ ਮਰਜ਼ੀ ਪੈਸੇ ਭਰੋ। ਇੱਕੋ 'ਚ ਕਲੀਅਰ ਹੋਈ, ਉਹੀ ਆਪਸ਼ਨ ਹੈ ਤੁਹਾਡੇ ਕੋਲ ਆਸਟ੍ਰੇਲੀਆ ਦੇ ਉਸ ਇਨਟੇਕ ਵਾਸਤੇ। ਉੱਥੇ ਜਾ ਕੇ ਆਪਣੀ ਐਪਲੀਕੇਸ਼ਨ ਫੀਸ ਤੇ ਆਪਣੀ ਟਿਊਸ਼ਨ ਫੀਸਾਂ ਭਰੋ ਤੇ ਅਗਲਾ ਪ੍ਰੋਸੈਸ ਚਾਲੂ ਕਰੋ। ਬਟ ਸੈਕੰਡ ਪਾਰਟ, ਕੋਰਸ ਸਿਲੈਕਸ਼ਨ ਦੇ ਵਿੱਚ ਆਪਣੀ ਮਾਰਕਸ਼ੀਟ ਨੂੰ ਆਪਣੇ ਸਾਹਮਣੇ ਰੱਖੋ, ਆਪਣੇ ਵਰਕ ਐਕਸਪੀਰੀਅੰਸ ਤੇ ਵਰਕ ਰਿਸਪੌਂਸਿਬਿਲਿਟੀਜ਼ ਨੂੰ ਆਪਣੇ ਸਾਹਮਣੇ ਰੱਖੋ, ਪਲੱਸ ਕੋਰਸ ਕਰਿਕੂਲਮ, ਕੋਰਸ ਸਟਰਕਚਰ ਉਹ ਸਾਹਮਣੇ ਰੱਖੋ, ਫਿਰ ਕੋਰਸ ਸਿਲੈਕਸ਼ਨ ਹੁੰਦਾ ਹੈ। ਕਹਾਣੀਆਂ ਬਣਾਉਣ ਨੂੰ ਇੰਡੀਆ ਦੇ ਵਿੱਚ ਹਰ ਕੋਈ ਬੰਦਾ MBA ਕਰਕੇ ਨਿਕਲ ਜਾਂਦਾ ਸੀਗਾ, ਚਾਹੇ ਉਹ BA ਕੀਤੀ ਹੈ, BCom ਕੀਤੀ ਹੈ, ਪਰ ਉਹ MBA ਨੂੰ ਵਰਤਣਾ ਕਿਵੇਂ ਹੈ ਜੌਬ ਮਾਰਕੀਟ ਦੇ ਵਿੱਚ ਇਹ ਕਿਸੇ ਨੂੰ ਨਹੀਂ ਪਤਾ। ਦੈਟ ਵਾਜ਼ ਦ ਬਿਗੇਸਟ ਫਲॉ ਜਦ MBA ਦਾ ਇੱਕ ਤੂਫਾਨ ਆਇਆ ਸੀ ਇੰਡੀਆ ਦੇ ਵਿੱਚ। ਤੇ ਇਹੀ ਫਾਰਮੂਲਾ ਜੇ ਮੈਂ ਆਸਟ੍ਰੇਲੀਆ 'ਚ ਲਾਵਾਂਗਾ, ਨਾ ਮੇਰਾ GT ਨਿਕਲਣਾ, ਨਾ ਮੇਰੇ ਤੋਂ ਪੜ੍ਹਾਈ ਹੋਣੀ ਹੈ, ਨਾ ਮੇਰੇ ਵੀਜ਼ੇ ਆਣੇ ਹੈ। 100 'ਚੋਂ 50 ਦੇ ਵੀਜ਼ੇ ਕਿਸਮਤ ਦੇ ਕਰਕੇ ਆ ਜਾਣਗੇ, ਪਰ ਇਹ ਸਟਰਗਲ ਚੱਲਦਾ ਰਹੇਗਾ। ਇੱਥੇ ਨਹੀਂ, ਉੱਥੇ ਜਾ ਕੇ ਕੋਰਸ ਕੰਪਲੀਸ਼ਨ ਵਾਸਤੇ ਪਾਸ ਨਹੀਂ ਹੋਣਗੇ, ਪੜ੍ਹਾਈ ਕਰਨ ਦਾ ਤਰੀਕਾ ਨਹੀਂ ਪਤਾ, ਕੋਰਸ ਬਦਲਾਣਗੇ, ਫਿਰ ਉਹ ਇੱਕ ਲੂਪ ਸ਼ੁਰੂ ਹੁੰਦਾ ਹੈ, ਇੱਥੇ ਤਾਂ PR ਨਹੀਂ ਮਿਲਦੀ, ਬੈਠੇ ਉੱਥੇ ਹੀ ਹੈ, ਇੱਥੇ ਤਾਂ PR ਨਹੀਂ ਮਿਲਦੀ। ਪਰ ਆਪਣੀ ਇਨਐਫੀਸ਼ੀਐਂਸੀ ਨਹੀਂ ਕੋਈ ਦੱਸਦਾ ਮੈਂ ਇੱਥੇ ਗਲਤੀਆਂ ਕੀ ਕੀਤੀਆਂ ਆ ਕੇ। ਤੇ ਅੱਜ ਐਜ਼ ਅ ਨਿਊ ਸਟੂਡੈਂਟ, ਅੱਜ ਆਸਟ੍ਰੇਲੀਆ ਕੋਈ ਨਵਾਂ ਨਹੀਂ ਹੈਗਾ, ਤੀਜੀ ਜਨਰੇਸ਼ਨ ਆਸਟ੍ਰੇਲੀਆ ਜਾਂਦੀ ਪਈ ਹੈ। ਜੇ ਅਸੀਂ ਆਪਣੀ ਗਲਤੀਆਂ ਤੋਂ ਸਿੱਖ ਕੇ ਅਗਲੀ ਲਾਈਫ ਸੌਖੀ ਨਹੀਂ ਕੀਤੀ ਤਾਂ ਕਾਹਦੀ ਅਕਲਮੰਦੀ ਤੇ ਕਾਹਦੇ ਰਿਸ਼ਤੇਦਾਰ। ਬਿਲਕੁਲ ਸਹੀ ਤੁਸੀਂ ਗੱਲ ਕੀਤੀ। ਤੇ ਫਿਲਹਾਲ ਪ੍ਰੋਸੈਸਿੰਗ ਟਾਈਮ ਦੀ ਜੇਕਰ ਆਪਾਂ ਗੱਲ ਕਰ ਲਈਏ, ਕਿੰਨਾ ਕੁ ਪ੍ਰੋਸੈਸਿੰਗ ਟਾਈਮ ਚੱਲ ਰਿਹਾ, ਔਰ ਆਲਰੇਡੀ ਜਿਹੜੇ ਪਹਿਲਾਂ ਇਨਟੇਕਸ ਦੇ ਹੁਣ ਰਿਜ਼ਲਟਸ ਆਏ ਜਾਂ ਉਹ ਰਿਜ਼ਲਟਸ ਦੀ ਵੀ ਆਪਾਂ ਗੱਲ ਜ਼ਰੂਰ ਕਰਾਂਗੇ ਕਿ ਕਿੰਨਾ ਕੁ ਲੀਨੀਅੰਟ ਨਜ਼ਰ ਆ ਰਿਹਾ ਜਾਂ ਕਿੰਨਾ ਕੁ ਸਟ੍ਰਿਕਟ ਆਉਣ ਵਾਲੇ ਸਮੇਂ ਵਿੱਚ ਆਸਟ੍ਰੇਲੀਆ ਨਜ਼ਰ ਆ ਰਿਹਾ? ਦੇਖੋ, ਆਸਟ੍ਰੇਲੀਆ ਦਾ ਇੱਕ ਸਿੰਪਲ ਫਾਰਮੂਲਾ ਜੀ, ਪ੍ਰੋਸੈਸਿੰਗ ਟਾਈਮ ਜਿਹੜਾ ਹੈ ਤੁਸੀਂ ਟਾਰਗੇਟ ਲਾ ਕੇ ਚੱਲੋ 90 ਤੋਂ 120 ਦਿਨਾਂ ਦੇ ਵਿੱਚ ਅੰਬੈਸੀ ਪਹੁੰਚਣਾ। ਜਿਹੜਾ ਉਸ ਤੋਂ ਪਹਿਲਾਂ ਦਾ ਸਫ਼ਰ ਹੈਗਾ ਆਪਣੀ ਐਡਮਿਸ਼ਨ ਦਾ, GT ਦਾ, ਫੀਸਾਂ ਭਰਨ ਦਾ, ਇੰਟਰਵਿਊਜ਼, ਜਿਹੜੇ ਸਟੈਪਸ ਆਉਂਦੇ ਨੇ ਉਹ ਵਿੱਚ ਕਵਰ ਹੋ ਕੇ ਟਾਰਗੇਟ ਹੋਣਾ ਚਾਹੀਦਾ 90 ਤੋਂ 120 ਦਿਨਾਂ ਦੇ ਵਿੱਚ ਅੰਬੈਸੀ ਪਹੁੰਚਣ ਦਾ। ਅੰਬੈਸੀ 4 ਤੋਂ 6 ਹਫ਼ਤੇ ਐਵਰੇਜ ਲੈਂਦੀ ਹੈ। ਕਈ ਹੁੰਦੇ 10 ਦਿਨਾਂ 'ਚ ਵੀ ਵੀਜ਼ੇ ਆਉਂਦੇ ਨੇ, ਲੌਜਮੈਂਟ ਕਰਕੇ ਹੀ ਵੀਜ਼ੇ ਆਉਂਦੇ ਨੇ, 1 ਸੈਕਿੰਡ 'ਚ ਹੀ ਵੀਜ਼ਾ ਆ ਗਿਆ, ਉਹਨੂੰ ਕਿਸਮਤ ਦਾ ਨਾਮ ਦੇਣਾ, ਕੋਈ ਸਕਿੱਲ ਨਹੀਂ ਉਸ 'ਚ ਹੈਗਾ, ਕਿਸਮਤ ਦਾ ਨਾਮ ਹੈ। ਬਟ ਇੰਨਾ ਟਾਈਮ ਆਪਣੇ ਆਪ ਨੂੰ ਲਾ ਕੇ ਚੱਲੋ, ਜੁਲਾਈ ਇਨਟੇਕ ਵਾਸਤੇ ਇਹ ਰਾਈਟ ਟਾਈਮ ਹੈ ਹਰੇਕ ਉਸ ਬੱਚੇ ਲਈ ਜੋ ਆਪਣੀ ਬੈਚਲਰ ਕਰ ਚੁੱਕੇ ਹੈ, ਐਕਸਪੀਰੀਅੰਸ ਕਰ ਰਿਹਾ, ਲਾਸਟ ਈਅਰ ਬੈਚਲਰ ਕੀਤੀ ਹੈ, ਕੈਨੇਡਾ ਤੋਂ ਰਿਫਿਊਜ਼ ਹੈ,
ਔਰ ਐਨੀ ਅਦਰ ਕੰਟਰੀ ਤੋਂ ਰਿਫਿਊਜ਼ ਹੈ ਐਕਸੈਪਟ ਆਸਟ੍ਰੇਲੀਆ, ਉਹ ਜੁਲਾਈ ਇਨਟੇਕ ਅਪਲਾਈ ਕਰ ਸਕਦਾ ਹੈ। ਜਿਹੜਾ ਬੱਚਾ +2 ਦੇ ਐਗਜ਼ਾਮ ਦਿੰਦਾ ਪਿਆ ਉਹ ਕੰਡੀਸ਼ਨਲ COE ਜ਼ਰੂਰ ਲੈ ਸਕਦਾ ਹੈ। ਆਸਟ੍ਰੇਲੀਆ ਵਾਸਤੇ ਕੰਡੀਸ਼ਨਲ COE ਹੁੰਦੀ ਹੈ, ਤੁਸੀਂ ਆਪਣੇ ਟੈਂਟੇਟਿਵ ਸਕੋਰ ਦੇ ਨਾਲ ਐਡਮਿਸ਼ਨ ਅਪਲਾਈ ਕਰਦੇ ਹੋ, ਤੁਹਾਨੂੰ ਯੂਨੀਵਰਸਿਟੀ ਐਡਮਿਸ਼ਨ ਦਿੰਦੀ ਹੈ। ਐਡਮਿਸ਼ਨ ਦੇਣ ਤੋਂ ਬਾਅਦ ਤੁਸੀਂ ਫੀਸ ਜਮ੍ਹਾਂ ਕਰਾਉਂਦੇ ਹੋ, ਤੁਹਾਡੀ COE ਦੇ ਉੱਤੇ ਕੰਡੀਸ਼ਨਲ COE ਲਿਖਿਆ ਆਉਂਦਾ ਹੈ। ਹਾਈ ਕਮਿਸ਼ਨ ਤੁਹਾਨੂੰ ਉਦੋਂ ਤੱਕ ਵੀਜ਼ਾ ਨਹੀਂ ਦੇਗੀ ਜਦ ਤੱਕ ਤੁਹਾਡਾ ਕੰਡੀਸ਼ਨ ਮੀਟ ਨਹੀਂ ਹੁੰਦੀ। ਅੰਬੈਸੀ ਫਾਈਲ ਲਾ ਸਕਦੇ ਹੋ ਐਂਡ ਯੂ ਆਰ ਕੌਨਫੀਡੈਂਟ ਮੇਰੇ ਇੰਨੇ ਪਰਸੈਂਟੇਜ ਆਈ ਜਾਣਾ ਜੋ ਕਿ ਰਿਕੁਆਇਰਮੈਂਟ ਹੈਗੀ ਉਸ ਯੂਨੀਵਰਸਿਟੀ ਦੀ, ਤਾਂ ਉਹ ਬੱਚੇ ਵੀ ਜੁਲਾਈ ਇਨਟੇਕ ਲਈ ਅਪਲਾਈ ਕਰ ਸਕਦੇ ਆ। ਬਾਵਜੂਦ ਉਹਨਾਂ ਦਾ ਰਿਜ਼ਲਟ ਜੂਨ 'ਚ ਆਉਂਦਾ ਜਾਂ ਮਈ 'ਚ ਆਉਂਦਾ ਉਹ ਵੀ ਜੁਲਾਈ ਦੇ ਵਿੱਚ ਆਪਣਾ ਐਪਲੀਕੇਸ਼ਨ ਲਾ ਸਕਦੇ ਆ ਔਨ ਕੰਡੀਸ਼ਨਲ COE ਬੇਸਿਸ। ਤਾਂ ਇਟ ਇਜ਼ ਓਪਨ ਟੂ ਆਲ। 2022 +2 ਪਾਸ ਆਊਟ ਲਾਸਟ ਇਨਟੇਕ ਟੂ ਲੁੱਕ ਫਾਰਵਰਡ ਟੂ। ਇਸ ਤੋਂ ਬਾਅਦ ਵੀਜ਼ਾ ਚਾਂਸਸ ਬਹੁਤ ਹੀ ਜ਼ਿਆਦਾ ਘਟਦੇ ਰਹਿਣਗੇ, ਤੁਸੀਂ ਆਟੋਮੈਟਿਕਲੀ ਨਾਨ GT ਹੁੰਦੇ ਰਹੋਗੇ। ਬਿਲਕੁਲ ਬਿਲਕੁਲ। ਸੋ ਤੁਸੀਂ ਸਾਰੇ ਸਟੂਡੈਂਟਸ ਇਸ ਸਾਰੀ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਜ਼ਰੂਰ ਚੱਕੋ। ਇਸ ਲਈ ਅਸੀਂ ਸ਼ੋਅ ਦੇ ਵਿੱਚ ਪੂਰੇ ਅਪਡੇਟਸ ਟਾਈਮਲੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਬਾਕੀ ਤੁਹਾਡਾ ਆਪਣਾ ਕੋਈ ਵੀ ਸਵਾਲ ਹੈ, ਅੱਜ ਜਿਵੇਂ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਸੀ, ਆਸਟ੍ਰੇਲੀਆ ਅਪਲਾਈ ਕਰਨਾ ਚਾਹ ਰਹੇ ਹੋ, ਕੋਈ ਚੀਜ਼ ਸਮਝ ਨਹੀਂ ਆ ਰਹੀ ਹੈ, ਨੰਬਰ ਇਸ ਲਈ ਡਿਸਪਲੇ ਕੀਤਾ ਹੋਇਆ ਹੈ, ਬੇਝਿਜਕ ਇਸ ਨੰਬਰ ਤੇ ਕਾਲ ਕਰੋ ਤੇ ਆਪਣੇ ਸਵਾਲਾਂ ਦੇ ਜਵਾਬ ਲਓ ਤੇ ਟਾਈਮਲੀ ਰਾਈਟ ਆਪਸ਼ਨ ਦੇ ਨਾਲ ਅੱਗੇ ਵਧੋ ਤੇ ਆਪਣਾ ਸਟੱਡੀ ਵੀਜ਼ਾ ਹਾਸਲ ਕਰੋ। ਸੋ ਬਹੁਤ ਬਹੁਤ ਥੈਂਕਸ ਸਰ ਕਿ ਤੁਸੀਂ ਅੱਜ ਆਸਟ੍ਰੇਲੀਆ ਬਾਰੇ ਕਾਫੀ ਡਿਟੇਲ ਵਿੱਚ ਅਪਡੇਟਸ ਜੋ ਹੈ ਸਟੂਡੈਂਟਸ ਦੇ ਨਾਲ ਸਾਂਝੇ ਕੀਤੇ ਨੇ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਿਰਨਦੀਪ ਕੌਰ, ਮੈਂ ਜਲੰਧਰ ਤੋਂ ਬਿਲੋਂਗ ਕਰ ਰਹੀ ਹਾਂ ਅਤੇ ਮੈਂ ਕੁਛ ਮੰਥਸ ਪਹਿਲਾਂ ਆਈ ਸੀ ESS ਆਪਣੀ ਵੀਜ਼ਾ ਕਾਉਂਸਲਿੰਗ ਵਾਸਤੇ, ਆਸਟ੍ਰੇਲੀਆ ਦੇ ਸਪਾਊਸ ਵੀਜ਼ਾ ਵਾਸਤੇ, ਅਤੇ ਬਹੁਤ ਅੱਛੀ ਗਾਈਡੈਂਸ ਮਿਲੀ ਅਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਵੀਜ਼ਾ ਮੰਗਵਾ ਕੇ ਦਿੱਤਾ ਅਤੇ ਮੇਰਾ ਵੀਜ਼ਾ ਗ੍ਰਾਂਟ ਹੋ ਚੁੱਕਾ ਹੈ ਅਤੇ ਮੈਂ ਬਹੁਤ ਥੈਂਕਫੁਲ ਹਾਂ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਰეკਮੈਂਡ ਕਰਦੀ ਹਾਂ ਕਿ ਤੁਸੀਂ ਵੀ ESS ਆਓ ਅਤੇ ਆਪਣੇ ਬ੍ਰਾਈਟ ਫਿਊਚਰ ਦੇ ਲਈ ਇੱਥੋਂ ਆਪਣੇ ਵੀਜ਼ਾ ਦੀ ਐਪਲੀਕੇਸ਼ਨ ਦਿਓ। ਥੈਂਕ ਯੂ।